ਇੱਕ ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਮਾਤਾ ਕਪੂਰ ਕੌਰ ਜੀ ਪਿਛਲੇ ਦਿਨੀ ਆਪਣੇ ਸਵਾਸਾਂ ਦੀ ਪੂੰਜੀ ਨੂੰ ਖਰਚਦੇ ਹੋਏ ਪਰਮਾਤਮਾ ਦੇ ਚਰਨਾਂ ਵਿੱਚ ਜਾ ਬਿਰਾਜੇ। ਉਹਨਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਦਾ ਆਯੋਜਨ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ, ਜਿਨ੍ਹਾਂ ਵਿੱਚ ਸਰਦਾਰ ਲਖਵਿੰਦਰ ਸਿੰਘ, ਜਸਵਿੰਦਰਜੀਤ ਕੌਰ, ਨਵਦੀਪ ਸਿੰਘ, ਰਮਨਦੀਪ ਕੌਰ, ਹਰਪ੍ਰੀਤ ਕੌਰ, ਵਿਰਾਜਵੀਰ ਸਿੰਘ, ਅਗਮਜੋਤ ਕੌਰ, ਜਗਜੀਵਨ ਸਿੰਘ, ਅਸ਼ਮੀਨ ਕੌਰ, ਨਵਨੀਤ ਸਿੰਘ, ਮਹਿੰਦਰ ਸਿੰਘ, ਪਰਮਜੀਤ ਕੌਰ, ਜਸਕਰਨ ਸਿੰਘ, ਦਿਲਵਾਰਨ ਸਿੰਘ, ਹਰਕਿਰਤ ਕੌਰ, ਬਲਵਿੰਦਰ ਕੌਰ ਵਾਈਫ ਆਫ ਲੇਟ ਸਰਦਾਰ ਸੁਖਜਿੰਦਰ ਸਿੰਘ, ਹਰਪ੍ਰੀਤ ਕੌਰ, ਰਾਜਦੀਪ ਸਿੰਘ, ਤਨਵੀਰ ਸਿੰਘ, ਮੇਜਰ ਸਿੰਘ, ਹਰਸੁਖਮਨ ਸਿੰਘ, ਹਰਸਿਮਰਤ ਕੌਰ, ਰਾਜਦੀਪ ਸਿੰਘ, ਰਵਿੰਦਰ ਕੌਰ, ਅਰਨੀਤ ਕੌਰ, ਤਨਵੀਰ ਕੌਰ, ਰਮਨਪ੍ਰੀਤ ਕੌਰ, ਸਵਿੰਦਰ ਕੌਰ ਵਾਈਫ ਆਫ ਲੇਟ ਸਰਦਾਰ ਦਲਜੀਤ ਸਿੰਘ, ਗੁਰਿਕਬਾਲ ਸਿੰਘ, ਚੰਦਨਵੀਰ ਕੌਰ, ਜੀਵਨਜੋਤ ਕੌਰ, ਨਵਦੀਪ ਸਿੰਘ ਅਤੇ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਉਹਨਾਂ ਦੇ ਗ੍ਰਹਿ ਪਿੰਡ ਸ਼ਕਾਲਾ, ਜ਼ਿਲ੍ਹਾ ਗੁਰਦਾਸਪੁਰ ਵਿਖੇ ਕਰਵਾਇਆ ਗਿਆ, ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕੀਰਤਨ ਦੀ ਹਾਜ਼ਰੀ ਲਗਵਾਈ ਅਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਉਸ ਪਰਮਪਿਤਾ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ। ਮਾਤਾ ਕਪੂਰ ਕੌਰ ਹੁਣਾਂ ਦਾ ਜਨਮ ਸਨ 1925 ਵਿੱਚ ਪਿਤਾ ਸਰਦਾਰ ਹਰਨਾਮ ਸਿੰਘ ਹੁਣਾਂ ਦੇ ਘਰ ਮਾਤਾ ਹਰਬੰਸ ਕੌਰ ਹੁਣਾਂ ਦੀ ਕੁੱਖੋਂ ਪਾਕਿਸਤਾਨ ਦੇ ਸਿਆਲਕੋਟ ਜ਼ਿਲ੍ਹੇ ਵਿੱਚ ਹੋਇਆ। ਆਪ ਜੀ ਬਚਪਨ ਤੋਂ ਹੀ ਬਹੁਤ ਹੀ ਹੋਣਹਾਰ ਪ੍ਰਤਿਭਾ ਦੇ ਮਾਲਕ ਸਨ ਅਤੇ ਮਿੱਠ ਬੋਲਦੇ ਸੁਭਾਅ ਵਾਲੇ ਸਨ। ਆਪ ਜੀ ਦਾ ਵਿਆਹ ਸਨ 1950 ਵਿੱਚ ਸਰਦਾਰ ਬਲਕਾਰ ਸਿੰਘ ਹੁਣਾਂ ਨਾਲ ਹੋਇਆ। ਵਿਆਹ ਉਪਰੰਤ ਆਪ ਜੀ ਨੇ ਆਪਣੇ ਗੁਣਾਂ ਦੀ ਮਹਿਕ ਆਪਣੇ ਸਹੁਰੇ ਘਰ ਬਿਖੇਰਨੀ ਸ਼ੁਰੂ ਕਰ ਦਿੱਤੀ। ਆਪ ਜੀ ਹਮੇਸ਼ਾ ਹੀ ਆਪਣੇ ਪਤੀ ਦੇ ਕੰਧੇ ਨਾਲ ਕੰਧਾ ਮਿਲਾ ਕੇ ਚੱਲੇ ਅਤੇ ਆਪਣੇ ਪਤੀ ਦੇ ਵਿਕਾਸ ਵਿੱਚ ਬਹੁਤ ਹੀ ਅਹਿਮ ਯੋਗਦਾਨ ਅਦਾ ਕੀਤਾ। ਆਪ ਜੀ ਦੇ ਘਰ 3 ਪੁੱਤਰਾਂ ਲਖਵਿੰਦਰ ਸਿੰਘ, ਮਹਿੰਦਰ ਸਿੰਘ, ਸੁਖਜਿੰਦਰ ਸਿੰਘ ਅਤੇ ਬੇਟੀ ਸਵਿੰਦਰ ਕੌਰ ਨੇ ਜਨਮ ਲਿਆ। ਆਪ ਜੀ ਨੇ ਆਪਣੇ ਬੱਚਿਆਂ ਨੂੰ ਖੂਬ ਚੰਗੇ ਸੰਸਕਾਰ ਦਿੱਤੇ, ਪੜਾਇਆ ਲਿਖਾਇਆ ਅਤੇ ਸਮਾਜ ਦੇ ਚੰਗੇ ਨਾਗਰਿਕ ਬਣਾਇਆ। ਅੱਜ ਆਪ ਜੀ ਦੇ ਬੱਚੇ ਆਪੋ ਆਪਣੇ ਖੇਤਰਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਕੇ ਆਪਣੇ ਮਾਤਾ ਜੀ ਦੇ ਨਾਮ ਨੂੰ ਉੱਚਿਆਂ ਚੁੱਕ ਰਹੇ ਹਨ। ਸਰਦਾਰਨੀ ਕਪੂਰ ਕੌਰ ਜੀ ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਸਮੇਂ ਪਰਮਾਤਮਾ ਦੇ ਘਰ ਦੀ ਸੇਵਾ ਤਨੋ ਮਨੋ ਅਤੇ ਤਨੋ ਕਰਿਆ ਕਰਦੇ ਸਨ। ਆਪ ਜੀ ਗਰੀਬਾਂ ਅਤੇ ਦੀਨ ਦੁਖੀਆਂ ਦੇ ਹਮਦਰਦ ਸਨ ਅਤੇ ਹਮੇਸ਼ਾ ਹੀ ਲੋੜ ਵੇਲੇ ਹਰ ਇੱਕ ਦੇ ਕੰਮ ਆਣਾ ਆਪ ਜੀ ਦਾ ਸੁਭਾਅ ਸੀ। ਮੌਜੂਦਾ ਸਮੇਂ ਵਿੱਚ ਆਪ ਜੀ ਦੀ ਫੁਲਵਾੜੀ ਪੋਤਰਿਆਂ ਪੋਤਰੀਆਂ ਪੜਪੋਤਰਿਆਂ ਪੜਪੋਤਰੀਆਂ ਪੜਦੋਤਿਆਂ ਪੜਦੋਤੀਆਂ ਨਾਲ ਮਹਿਕ ਰਹੀ ਹੈ।
बर्तन को पानी अन खाना कपड़ पहन दिया रस अनुभव करनी जिन दिए सो जितना पशु हो कर धनी सतगुर मेल तू बुझाए एक मन मुख करे से रोए
कछ संग ना चले, संग ना चले, समझ ले।
को क्यों कर चुकता है। नागपुरम के है गया सनमुखी प्रताप है। अब अभी कुसुम बासन को मिले बंधा है। क्यों संग जना हर प्रीत है। देख दर्श अघार प्रेम पटोला कैसे है बिकता। प्रेम पटोला कैसे है बिकता। धड़कन को बात मेरी ताना बिना साई मैना। ताना बिना साई मैना। तू करता सच यार मैना साई। जो तो पावे सोई चीज। जो तू दे सोई हम पाई। कोई कोई साजन आज कहे मिल मेरे बिछला ले बहड़ी बुला। दिल मेरे रमैया मैं ले छड़ा। ताना बिना साई मैना। नानक सार न जाना तेरी।
आनंद पिया मिल नाल सतगुरु मिल पाया पाया परिवार करिए शब्द गावण आया काल नानक ते मुखी जले किती छुट्टी माल ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜਿਹਾ ਚੀਰੀ ਲਿਖਿਆ ਤੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ ਰਾਣਾ ਰਾਵ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਇਹਨਾਂ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਮਾਤਾ ਸੇਵਕ ਮਾਤਾ ਕਪੂਰ ਕੌਰ ਜੀ ਜਿੰਨੇ ਕਾਬਜੂ ਨੇ ਆਰਜੂ ਬਖਸ਼ੀ ਹੋਈ ਸੀ ਉਸ ਆਰਜੂ ਨੂੰ ਭੋਗਦੇ ਹੋਏ ਇਹ ਸੰਸਾਰ ਦੀ ਯਾਤਰਾ ਕਰਦੇ ਹੋਏ ਕੁਝ ਦਿਨਾਂ ਤੋਂ ਆਪ ਜੀ ਦੇ ਚਰਨਾਂ 'ਚ ਪਹੁੰਚੇ ਸਨ। ਪਿੱਛੋਂ ਸਮੂਹ ਪਰਿਵਾਰ ਨੇ ਪਰਸੋਂ ਦੇ ਰੋਜ਼ ਤੋਂ ਲੈ ਕੇ ਸਰਦਾਰ ਲਖਵਿੰਦਰ ਸਿੰਘ ਜੀ, ਸਰਦਾਰ ਮਹਿੰਦਰ ਸਿੰਘ ਜੀ, ਸਰਦਾਰ ਸੁਖਜਿੰਦਰ ਸਿੰਘ ਜੀ ਸਮੂਹ ਪਰਿਵਾਰ ਇਕੱਤਰ ਹੋ ਕੇ ਮਾਤਾ ਜੀ ਦੇ ਕਲਿਆਣ ਵਾਸਤੇ ਪਰਸੋਂ ਦੇ ਰੋਜ਼ ਤੋਂ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਰਫਤਾ ਪਰਿਵਾਰ ਵੱਲੋਂ ਹੋਈ ਸੀ। ਆਪ ਜੀ ਦੀ ਅਪਾਰ ਕਿਰਪਾ ਦੁਆਰਾ ਪਾਠ ਮਾਦ ਵਿੱਚ ਮਦ ਤੋਂ ਅੰਤ ਤੱਕ ਨਿਰਗੁਣ ਸਮਾਪਤੀ ਹੋਈ। ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਟੇਢੀਆਂ ਜੂਨਾਂ ਤੋਂ ਬਚਾ ਕੇ ਆਵਾਗੁਣ ਕੇ ਭੇੜੇ ਤੋਂ ਬਚਾ ਕੇ ਜੀਵਨ ਦੀ ਸੱਚੇ ਪਾਤਸ਼ਾਹ ਜੀ ਭਲਾ ਕਰਨਾ ਮੁਕਤੀ ਬਖਸ਼ਿਸ਼ ਕਰਨੀ ਜੀ।
ਆਪਣੇ ਚਰਨਾਂ ਚ ਨਿਵਾਸ ਬਖਸ਼ਿਸ਼ ਕਰਨਾ ਮਹਾਰਾਜ। ਭੋਗ ਤੋਂ ਉਪਰੰਤ ਸਤਿਗੁਰੂ ਜੀ ਆਪ ਜੀਆਂ ਨੇ ਪਡਾਲਾਂ ਵਿੱਚ ਦਰਸ਼ਨ ਦਿੱਤੇ ਨੇ। ਰਾਗੀ ਸਿੰਘਾਂ ਵੱਲੋਂ ਵਿਰਾਗਮਈ ਕੀਰਤਨ ਹੋਏ ਨੇ ਮਹਾਰਾਜ। ਕਿਰਪਾ ਕਰਨੀ ਮਹਾਰਾਜ, ਕੀਰਤਨ ਕੀਤਾ ਹੋਇਆ ਸਫਲ ਕਰਨਾ। ਉਸ ਵਿਛੜੀ ਹੋਈ ਰੂਹ ਦੇ ਮਹਾਰਾਜ ਰੂਹ ਨੂੰ ਪਹੁੰਚਾਉਣਾ, ਕਿਰਪਾ ਰੂਪੀ ਹੱਥ ਰੱਖਣਾ ਜੀ। ਪਰਿਵਾਰ ਵੱਲੋਂ ਮਹਾਰਾਜ ਆਈਆਂ ਸੰਗਤਾਂ ਵਾਸਤੇ ਲੰਗਰ ਹਾਜ਼ਰ ਨੇ। ਆਪ ਜੀ ਦੇ ਦਰ ਤੇ ਦੇਗਾਂ ਸਜ ਕੇ ਤਿਆਰ ਹੋਈਆਂ ਨੇ। ਦਰ ਪ੍ਰਵਾਨ ਹੋਇਆ ਸੀਤ ਪ੍ਰਸਾਦ ਸਾਧ ਸੰਗ ਦੀ ਰਸਨੀ ਲਾਏ। ਜੋ ਛਕੇ ਆਪ ਜੀ ਦਾ ਨਾਮ ਜਪੇ, ਕਲਾ ਵਾਹਿਗੁਰੂ ਜੀ ਕੀ ਵਰਤੇ ਸੱਚੇ ਪਾਤਸ਼ਾਹ ਜੀ। ਲੰਗਰ ਟੁੱਟ ਵਰਤਾਉਣੇ, ਕਿਰਪਾ ਰੂਪੀ ਹੱਥ ਰੱਖਣਾ ਮਹਾਰਾਜ। ਆਈ ਸੰਗਤ ਦੀ ਦਰ ਤੇ ਹਾਜ਼ਰੀ ਲਾਉਣੀ, ਆਏ ਕਦਮ ਲੇਖੇ ਵਿੱਚ ਲਾਉਣੇ। ਜੋ ਜੀ ਤਰਫ ਲਾ ਕੇ ਆਪ ਜੀ ਦੇ ਚਰਨਾਂ 'ਚ ਹਾਜ਼ਰ ਹੋਏ, ਆਈ ਭੇਟਾ ਦਰ ਤੇ ਮਨਜ਼ੂਰ। ਦਰੋਂ ਘਰੋਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਜੀ। ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ, ਕਿਰਪਾ ਰੂਪੀ ਹੱਥ ਰੱਖਣਾ। ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਜੀ। ਕਰੋ ਪਵਿੱਤਰ ਪਾਵਨ ਹੁਕਮ ਦੀ ਬਖਸ਼ਿਸ਼, ਆਈਆਂ ਸੰਗਤਾਂ ਨੂੰ ਨਿਹਾਲ ਕਰਨਾ। ਐਸੇ ਜੀ ਕਿਰਦਾਸ ਆਪ ਜੀ ਦੇ ਚਰਨ ਕਮਲਾਂ ਪਾਸ। ਸਿੱਖ ਪੜਦੇ ਸੁਣਦੇ ਸਰਬੱਤ ਲਾਇਵੰਤ ਹੋਵਨ, ਨਾਨਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਪੂਰਾ ਕਿਰਪਾ ਧਾਰੀ, ਪ੍ਰਭ ਪੂਰੇ ਲੋਚ ਹਮਾਰੀ। ਕਰ ਇਸ਼ਨਾਨ ਗ੍ਰਹਿ ਆਏ, ਆਨੰਦ ਮੰਗਲ ਸੁਖ ਪਾਏ। ਸੰਤੋ ਰਾਮ ਨਾਮ ਨਿਸਤਰੀਐ, ਉਠਤ ਬੈਠਤ ਹਰ ਹਰ ਧਿਆਈਐ। ਅਨ ਦਿਨ ਸੋ ਕ੍ਰਿਤ ਕਰੀਐ ਰਹਾਉ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵੱਡ ਭਾਗੀ ਪਾਏ। ਕੋਟ ਜਨਮ ਕੇ ਕਿਲ ਬਿਖ ਨਾਸੇ, ਹਰ ਚਰਨੀ ਚਿਤ ਲਾਏ। ਉਸਤਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੇ ਕਲ ਰਾਖੇ। ਜੇ ਜੰਤ ਸਭ ਭਏ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਖੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਬਿਗਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦਿਰੜਾਇਆ। ਕੋਏ ਪਾਪ ਭਏ ਸਭ ਪਾਵਨ, ਜਨ ਨਾਨਕ ਸੁਖ ਘਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਮਾਤਾ ਕਪੂਰ ਕੌਰ ਜੀ ਸੁਪਤਨੀ ਸਵਰਗੀ ਨੰਬਰਦਾਰ ਬਲਕਾਰ ਸਿੰਘ ਜੀ ਸਖਾਲਾ, ਉਹਨਾਂ ਦੀ ਮਿੱਠੀ ਯਾਦ ਵਿੱਚ ਬੈਠੇ ਆ। ਮਾਤਾ ਜੀ ਦੀ ਉਮਰ 95 ਕੁ ਸਾਲ ਦੇ ਲਗਭਗ ਸੀ। ਮੈਂ ਨੰਬਰਦਾਰਾਂ ਨੂੰ ਪੁੱਛਿਆ ਸੀ। ਬਹੁਤ ਬਾਗ ਪਰਿਵਾਰ ਆਪਣਾ ਛੱਡ ਕੇ ਗਏ ਨੇ। ਉਹਨਾਂ ਦੇ 3 ਸੁਪੁੱਤਰ ਤੇ 1 ਧੀ ਹੈ। ਔਰ ਮਾਤਾ ਜੀ ਏਡੇ ਦ੍ਰਿੜ ਹੌਸਲੇ ਵਾਲੇ ਸੀਗੇ
ਜ਼ਿੰਦਗੀ 'ਚ ਚੱਲਦਿਆਂ ਉਹਨਾਂ ਨੂੰ ਦੋ ਤਿੰਨ ਛੱਟਾਂ ਨਿੱਜੀ ਤੌਰ ਤੇ ਇਹੋ ਜਿਹੀਆਂ ਵੱਜੀਆਂ ਜਿਹੜੀਆਂ ਨਾ ਸਹਾਰਨਯੋਗ ਸਨ। ਪੁੱਤਰ ਦਾ ਚਲੇ ਜਾਣਾ, ਪੋਤੇ ਦਾ ਚਲੇ ਜਾਣਾ, ਮਹਿਮਾਨ ਦਾ ਚਲੇ ਜਾਣਾ, ਇਹ ਤਿੰਨ ਨਜ਼ਦੀਕੀ ਰਿਸ਼ਤੇਦਾਰੀਆਂ ਹੁੰਦੀਆਂ, ਬਹੁਤ ਨੇੜੇ ਦੇ ਸੰਬੰਧ ਹੁੰਦੇ ਆ। ਪਰ ਮਾਤਾ ਜੀ ਇੰਨਾ ਵੱਡਾ ਬੋਝੁਕ ਹੋਣ ਦੇ ਬਾਵਜੂਦ ਵੀ ਜਿਹੜੇ ਜ਼ਿੰਦਗੀ ਹੈ ਸਾਫ਼ ਸੁਥਰੀ ਤੇ ਬਹੁਤ ਲੰਮੀ ਉਮਰ ਗੁਜ਼ਾਰ ਕੇ ਗਏ ਨੇ। ਉਹਨਾਂ ਦੇ ਦੋ ਪੋਤੇ ਅਗਲੇ ਕੈਨੇਡਾ ਵਿੱਚ ਪਰਿਵਾਰ ਸਮੇਤ ਨੇ, ਬੇਟਾ ਇੱਕ ਅਮਰੀਕਾ ਵਿੱਚ ਹੈ। ਨੰਬਰਦਾਰ ਇੱਥੇ ਬੜੀ ਵੱਡੀ ਗੂੜੀ ਸਾਫ਼ ਕਰਦੇ ਨੇ, ਸਾਰੇ ਇਲਾਕੇ ਵਿੱਚ ਉਹਨਾਂ ਦਾ ਨਾਂ ਹੈ। ਅੱਜ ਵੀ ਜਿੰਨੇ ਵੀ ਸੱਜਣ ਉਹਨਾਂ ਦੇ ਇੱਥੇ ਸਮਾਗਮ ਤੇ ਆਏ ਹੋ, ਇਹ ਨੰਬਰਦਾਰ ਉਹਨਾਂ ਦੀ ਦੇਣ ਹੈ ਕਿ ਉਹ ਸਾਰਿਆਂ ਨਾਲ ਪਿਆਰ ਕਰਦੇ ਨੇ। ਸੋ ਮੈਨੂੰ ਬੇਨਤੀ ਕੀਤੀ ਸੀ ਨੰਬਰਦਾਰ ਉਹਨਾਂ ਨੇ ਕਿ ਸੱਜਣ ਤੇ ਕਾਫੀ ਆਏ ਨੇ ਪਰ ਟਾਈਮ ਵੀ ਕਾਫੀ ਹੋ ਗਿਆ ਹੈ, ਪ੍ਰਸ਼ਾਦਾ ਪਾਣੀ ਵੀ ਛਕਾਉਣਾ, ਚੰਦ ਸੱਜਣਾਂ ਨੂੰ ਜ਼ਰੂਰ ਬੁਲਾਇਆ ਜਾਵੇ। ਸੋ ਮੈਂ ਬੇਨਤੀ ਕਰਾਂਗਾ ਇੱਕ ਇੱਕ ਮੁਲਾਜ਼ਮ ਨੂੰ ਬੇਨਤੀ ਕਰਾਂ, ਨਾਲ ਹੀ ਮੈਂ ਬੇਨਤੀ ਇਹ ਕਰਨੀ ਹੈ ਕਿ ਟਾਈਮ ਨੂੰ ਖਿਆਲ ਵਿੱਚ ਰੱਖਿਓ, ਜ਼ਿਆਦਾ ਦੂਰ ਜ਼ਿਆਦਾ ਨਹੀਂ ਲਾਉਣਾ। ਸੋ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਦਰਸ਼ਨ ਲਾਲ ਜੀ ਚੋਪੜਾ, ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਉਹ 2 ਮਿੰਟ ਲਈ ਆਣ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਦਰਸ਼ਨ ਲਾਲ ਜੀ ਚੋਪੜਾ ਤੇ ਵਾਈਸ ਚੇਅਰਮੈਨ ਰਹੇ ਨੇ ਮਾਰਕੀਟ ਕਮੇਟੀ ਦੇ, ਬੜੇ ਵੱਡੇ ਪੁਰਾਣੇ ਬੁਲਾਰੇ ਵੀ ਨੇ। ਸੋ ਮੈਂ ਉਹਨਾਂ ਨੂੰ ਬੇਨਤੀ ਜ਼ਰੂਰ ਕਰਾਂਗਾ ਕਿ 2 ਮਿੰਟ ਲਈ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। गुरु रूप प्यारी साध संगत, जिवें आप सब जानते हो कि साडे सत्कारयोग माता कपूर कौर जी जो सानू सारियां नू सदीवी विछोड़ा दे के इस फानी संसार तो सदा ਲਈ ਕੂਚ ਕਰਦੇ ਹਨ। ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਸਾਰਾ ਇਲਾਕਾ, ਸੱਜਣ ਮਿੱਤਰ, ਰਿਸ਼ਤੇਦਾਰ ਇਕੱਠੇ ਹੋ ਕੇ ਸਤਿਕਾਰਯੋਗ ਮਾਤਾ ਜੀ ਦੀ ਰੂਹ ਦੀ ਸ਼ਾਂਤੀ ਵਾਸਤੇ ਅਰਦਾਸ ਕਰਨ ਲਈ ਹਾਜ਼ਰ ਹੋਏ ਹਾਂ। ਸੋ ਸਭ ਤੋਂ ਪਹਿਲਾਂ ਮੈਂ ਆਪ ਸਭ ਜੀ ਨੂੰ दोबारा गुरु चरणों हाजिर लवान वास्ते अर्ज करता हाँ कि सब फतेह बुलाओ। वाहेगुरु जी का खालसा, वाहेगुरु जी की फतेह। मैं क्या जी गल बनी नहीं, माता जी तो चले गए हैं तो असीं भी वारों वारी चले जाना है। ये फतेह मेरी नहीं है, ये फतेह उस कलगियां वाले पिता दी है जिन्हें अपना सरबंस वास के तुहाडे लई 4 पुत्र वारे ने, सरबंस वारे ते फतेह तुहानू बख्शिश की है कि हर मैदान फतेह करने वास्ते गुरु का साथ, गुरु का सहारा लैके करना है। आओ मैं सब नू बेनती करदा, ये ठीक है कि मैं मत सोचियो ये गल, गुरु की महान कृपा है। आओ फतेह बुलाओ। वाहेगुरु जी का खालसा, वाहेगुरु जी की फतेह। चलो खैर कोई गल नहीं। मैं सब तो पहला श्री अखंड पाठ साहब के भोग पे ने, इस पावन पवित्र बाणी का फलादेश उस विछड़ी रूह नूं प्राप्त होवे। कीर्तन जथे ने मौत नूं सवारना कीता, बाट साहब तुसीं आए हो, मौत नूं सवारना कीता है। मैं उन्होंने शब्द सुन रहा सी। सो गुरु कृपा करे, अकाल पुरख की इलाही बाणी, पावन शब्द कीर्तन उस विछड़ी रूह नूं प्राप्त होवे कि वो रूह जिहड़ी है वो आवागमन के चक्कर चों बच निकले। जित दिहाड़े धनवरी, संत जी ध्यान दो मेरी बेनती वाल, ये बाणी सुन के मैं शब्द उचारण लगा, बाबा फरीद का शब्द है। जित दिहाड़े धनवरी साहे ले लखाए,
मलक जो करनी सुनीदा मुंद खा ये रूह माता जी का शरीर बनया पंज भौतिक शरीर बनया अकाल पुरख ने बख्शिश की इकरारनामा किया कि माता जी की ये शरीर अंदर ये रूह बख्शिश की जो चिन्ह है आत्मा का जिस वे माता जी के शरीर अंदर ये चिन्ह प्राप्त हुई कि वायदा किया गया कि जिन्ना चिर मैं बख्शिश की है तो श्वास बख्शिश किए ने उन्ना चिर तुसी संसार ते अपना जीवन बतीत करना है और जब मेरे वालों तो अगला किया होया करार पूरा हो गया तो जल पानी खत्म हो गया कि मैं तो हड्डा को कड़काए हर हड्ड विच अंदर दाखिल होके इस रूह नूं कढ के ला जाना सो ये तो गल सी इस धरती से आके इस परिवार च आके सत्कारयोग माता कपूर कौर जी ने अपनी जिंदगी का सफर तय किया जो मैं देखिया जो मैं सुनिया जो मैं जानदा अपार बख्शिश इस परिवार की माता जी की गुरु साहिबान की कहते तो शोभा नहीं देखा ही परवान जिवें भाई दरबार सिंह ने दसिया ना कि सरदार लखविंदर सिंह का बहुत मान सत्कार है ये इंसान के अपने वश नहीं हुंदा ये जो अकाल पुरख करता है ओदी ही बख्शिश है सज्जनां नाल इलाके रिश्तेदारां नाल अपनी जिंदगी नूं जांच नूं जानन वास्ते कि मैं जिंदगी किवें बतीत करनी है इस संसार विच ये उसका एक हिस्सा है सो मैं परिवार नाल जिथे दिल की गहराई तो हमदर्दी ज़ाहिर करता हाँ उथे गुरु चरणों च अरदास करता हाँ पुत्र निशान ने सरदार लखविंदर सिंह जी ध्यान दो पुत्र निशान ने औरत गुजरान ने ते स्त्री अमान है तुसी पुत्रां दी दात तुहानू बख्शिश हुई है अकाल पुरख दी उस माता जी के पेटों सरदार बलकार सिंह जी या स्वर्गा जो तुहानू शिक्षा देंदे पे ने कि तुसी वे नक्शे कदम के चल के अपनी जिंदगी का सार खटिया चिंता भी आप कराए सी अचिंत भी आपे दे नानक सो सलाई है जो सबना सार करे ये वो कहने की गल नहीं होंगी क्योंकि सब कुछ वो हुक्म अंदर है पास तमामे छत सिर भेरी सड्डो रड जाए सुते जिरान में थी अतीमा गढ़ इत्थे रहने वाली कोई चीज नहीं ये अपने मन अंदर धारो माता जी 95 साल दे के गए ने अज की उम्र एवरेज जी 40-45 साल की है सो चंगे कर्मां का फल है कि उन्होंने जिंदगी का इन्ना लाभ विचरण का मिले मैं समा ज्यादा लै गया यदि संगत पासों मुआफी चाहना ते सब के चरणों च बेनती करदा कि जिवें सरदार लखविंदर सिंह ने अपने बुजुर्गों की सेवा की है असी कुछ खट लीए इस गल तो अज दे इस मेले का मंतव की है कि माता जी के चले जाने तो बाद उन्होंने परिवार ने उन्होंने किवें सवारिया गुरु कृपा करे सच्चे पातशाह सानू सारिਆਂ ਨੂੰ ਇਹ बल बख्शन ਅਸੀਂ बुजुर्गों की सेवा कर सकीए ਤੇ ਉਹਨਾਂ ਦੀਆਂ ਅਸੀਸਾਂ ਪ੍ਰਾਪਤ कर सकीए इन्हां शब्दों के नाल मैं आप सब क्षमा चाहता बेड़ियां चली जाती हैं तूफान चले जाते हैं बरसात यादें रह जाती हैं इंसान चले जाते हैं वाहिगुरू जी का खालसा।
ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਮੁਕੱਦਸ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਰਚਨਾ ਕਰੋ ਪਵਿੱਤਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਦੇ ਅੰਦਰ ਬਹੁਤ ਰਿਸ਼ਤੇ ਹੈ, ਪਰ ਉਹਨਾਂ ਸਾਰੇ ਰਿਸ਼ਤਿਆਂ ਚੋਂ ਜੇ ਨਜ਼ਰ ਕਰੀਏ, ਵਿਸ਼ਲੇਸ਼ਣ ਕਰੀਏ, ਤੇ ਸਭ ਤੋਂ ਅੱਵਲ ਰਿਸ਼ਤਾ ਇੱਕ ਮਾਂ ਦਾ ਹੁੰਦਾ। ਹੋਰ ਵੀ ਰਿਸ਼ਤੇ ਆ, ਸਾਰੇ ਰਿਸ਼ਤੇ ਸਵਾਰਥ ਨਾਲ ਭਰੇ ਆ, ਲੇਕਿਨ ਮਾਂ ਦਾ ਰਿਸ਼ਤਾ ਬਿਨਾਂ ਸਵਾਰਥ ਤੋਂ ਆ। ਦੁਨੀਆ ਦੇ ਅੰਦਰ ਛੋਟੇ ਤੋਂ ਲੈ ਕੇ ਵੱਡੀ ਪਹੁੰਚ ਤੱਕ ਇਨਸਾਨ ਜਿਹੜਾ ਇਸ ਧਰਤੀ ਤੇ ਆਇਆ, ਜੇ ਸਾਰੇ ਆਪਾਂ ਨਜ਼ਰ ਕਰੀਏ ਕਿ ਜਦੋਂ ਵੀ ਕੋਈ ਘਰ ਵਿੱਚ ਸਾਨੂੰ ਉਡੀਕਦਾ, ਜਾਂ ਸਾਡੀ ਮਾਂ ਉਡੀਕਦੀ ਜਾਂ ਸਾਡਾ ਬਾਪ ਦੀ, ਪਰਿਵਾਰ ਦੇ ਹੋਰ ਵੀ ਮੈਂਬਰ ਆ, ਮਤ ਸੋਚਣਾ ਪਿੱਛੋਂ ਫੋਨ ਕਰਦੇ ਆ ਕਿਸੇ ਚੀਜ਼ ਲਈ, ਕਿਸੇ ਵਸਤੂ ਲਈ, ਲੇਕਿਨ ਮਾਂ-ਬਾਪ ਜਦੋਂ ਕਰਦਾ ਆਪਣੀ ਔਲਾਦ ਨੂੰ, ਇਹ ਪੁੱਛਦਾ ਤੁਸੀਂ ਕਿੰਨੀ ਜਲਦੀ ਪਹੁੰਚ ਜਾਣਾ ਘਰ। ਦੁਨੀਆ ਦੇ ਅੰਦਰ ਸਾਰੇ ਸੰਸਾਰ ਦੇ ਤਾਰੇ ਇਕੱਠੇ ਹੋ ਜਾਣ, ਸਾਰੇ ਸੰਸਾਰ ਦੇ ਚੰਦ ਇਕੱਠੇ ਹੋ ਜਾਣ, ਜਿਵੇਂ ਉਹ ਸੂਰਜ ਦਾ ਮੁਕਾਬਲਾ ਨਹੀਂ ਨਾ ਕਰ ਸਕਦੇ, ਇਸੇ ਤਰ੍ਹਾਂ ਜਿੰਨੇ ਵੀ ਮਰਜ਼ੀ ਸਾਡੇ ਹੋਰ ਰਿਸ਼ਤੇ ਆ, ਪਰ ਮਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਜਿਉਂਦੇ ਜਾਗਦੀਆਂ ਰਹਿਣ ਭੂਆ, ਮਾਸੀਆਂ, ਮਾਮੀਆਂ, ਤਾਈਆਂ, ਚਾਚੀਆਂ, ਪਰ ਜਿਹੜਾ ਪਿਆਰ ਮਾਂ ਦੇ ਨਿੱਘ ਚੋਂ ਆਉਂਦਾ ਉਹ ਕਿਤੇ ਦੁਨੀਆ ਚੋਂ ਨਹੀਂ ਆਉਂਦਾ। ਸੋ ਇਸ ਕਰਕੇ ਸਰਦਾਰ ਲਖਵਿੰਦਰ ਸਿੰਘ ਜੀ, ਮੇਰੇ ਵੱਡੇ ਭਾਈ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਇਹ ਬਹੁਤ ਵੱਡਾ ਸਦਮਾ ਲੱਗਿਆ ਕਿ ਕਿਸੇ ਪਰਿਵਾਰ ਦੇ ਵਿੱਚੋਂ ਕਿਸੇ ਮਾਂ ਦਾ ਚਲੇ ਜਾਣਾ ਦੁਨੀਆ ਦੀ ਅਦੁੱਤੀ ਸ਼ਾਇਦ ਚਲੀ ਜਾਂਦੀ ਹੈ। ਸੋ ਇਸ ਕਰਕੇ ਮੈਂ ਉਸ ਮਹਾਨ ਆਤਮਾ ਨੂੰ ਜਿੱਥੇ ਸ਼ਰਧਾ ਦੇ ਫੁੱਲ ਭੇਟ ਕਰਦਾ, ਪਰਿਵਾਰ ਨਾਲ ਦੁੱਖ ਪ੍ਰਗਟ ਕਰਦਾ ਹੋਇਆ ਗੁਰੂ ਚਰਨਾਂ 'ਚ ਦੋਦਰੀ ਕਰਦਾ, ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਉਸ ਵਿਛੜੀ ਆਤਮਾ ਨੂੰ ਚਰਨਾਂ 'ਚ ਨਿਵਾਸ ਬਖਸ਼ਣਾ, ਪਰਿਵਾਰ ਨੂੰ ਪਿੱਛੇ ਭਾਣਾ ਮੰਨਣ ਦਾ ਬਲ ਬਖਸ਼ਣਾ। ਤੇ ਆਓ ਗੁਰਬਾਣੀ ਦੀਆਂ ਸਤਰਾਂ ਪੜ੍ਹ ਕੇ ਕਿਮਤ ਦਾ ਜਾਚ ਕੋਮਾ ਕਿ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸਰੀਆਂ ਜੋ ਹੋਵੇ ਸਹਿਬ ਸੋ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਸਰਪੰਚ ਕਸ਼ਮੀਰ ਸਿੰਘ ਜੀ ਸਕਾਲਾ, ਸਰਦਾਰ ਬਲਬੀਰ ਸਿੰਘ ਜੀ ਚੀਮਾ, ਸਰਦੂਲ ਸਿੰਘ ਜੀ ਚੀਮਾ, ਇਹਨਾਂ ਸਾਰਿਆਂ ਕੋ ਹੱਥ ਜੋੜ ਕੇ ਮਾਫੀ ਮੰਗਦੇ ਆ ਕਿ ਟਾਈਮ ਕਾਫੀ ਹੋ ਗਿਆ, ਬੁਲਾਰੇ ਅਜੇ ਹੈਗੇ 3-4। ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਡਾਕਟਰ ਕੇ.ਜੀ. ਸਿੰਘ ਧਾਰੀਵਾਲ ਤੋਂ ਨੇ, ਆਮ ਆਦਮੀ ਪਾਰਟੀ ਨਾਲ ਸਾਡੇ ਇਲਾਕੇ 'ਚ ਵਿਚਰਦੇ ਨੇ, ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ। ਮੈਂ ਨਿਸ਼ਾਨ ਸਿੰਘ ਉਹਨਾਂ ਨੂੰ ਪੁੱਛਿਆ ਵੀ, ਕਹਿੰਦੇ ਮੈਂ ਨਹੀਂ ਬੋਲਣਾ, ਡਾਕਟਰ ਸਾਹਿਬ ਨੂੰ 2 ਮਿੰਟ ਦੇ ਦਿਓ। ਸੋ ਉਹਨੇ ਡਾਕਟਰ ਸਾਹਿਬ ਦੀ ਸੇਵਾ 'ਚ ਬੇਨਤੀ ਹੈ ਸ਼ਰਧਾ ਦੇ ਕਰਕੇ। ਮਾਤਾ ਜੀ ਦੇ ਭੋਗ ਦੇ ਵਿੱਚ ਬੈਠੇ ਹਾਂ। ਬੜੇ ਦੁੱਖ ਦੀ ਗੱਲ ਹੈ ਕਿ ਮਾਤਾ ਜੀ ਚਲੇ ਗਏ ਨੇ। ਮਾਤਾ ਜੀ ਜਿੰਨੀ ਲੰਬੀ ਉਮਰ ਭੋਗ ਕੇ ਗਏ ਨੇ, ਇਹ ਬਹੁਤ ਲੰਬੀ ਉਮਰ ਜਿਹੜੀ ਹੈਗੀ, ਉਹਨਾਂ ਦੀ ਆਪਣੀ ਮਿਹਨਤ, ਉਹਨਾਂ ਦਾ ਆਪਣਾ ਪਿਆਰ, ਉਹਨਾਂ ਦਾ ਆਪਣਾ ਸਤਿਕਾਰ ਔਰ ਪਰਿਵਾਰ ਦੀ ਜਿਹੜੀ ਹੈ ਉਹਨਾਂ ਦੀ ਸੇਵਾ ਦੇ ਨਾਲ ਮਾਤਾ ਜੀ ਇੰਨਾ ਲੰਬਾ ਸਮਾਂ ਭੋਗ ਕੇ ਗਏ ਨੇ। ਮਾਤਾ ਜੀ ਦਾ ਪਰਿਵਾਰ, ਉਹਨਾਂ ਦਾ ਪਿਆਰ ਔਰ ਉਹਨਾਂ ਦੇ ਸਤਿਕਾਰ ਸਦਕਾ ਹੀ ਇੰਨੀ ਸਾਧ ਸੰਗਤ ਇੱਥੇ ਇਕੱਠੀ ਹੋਈ ਹੈ। ਔਰ ਮਾਤਾ ਜੀ ਦੇ ਪਰਿਵਾਰ ਦੇ ਫੁਲਵਾੜੀ ਵਿੱਚੋਂ ਜਿਹੜੇ ਫੁੱਲ ਨੇ ਉਹ ਅਮਰੀਕਾ, ਕੈਨੇਡਾ ਤੱਕ ਪਹੁੰਚੇ ਹੋਏ ਨੇ। ਇਸ ਗੱਲ ਦੀ ਖੁਸ਼ੀ ਹੈ ਕਿ ਮਾਤਾ ਜੀ ਨੇ ਆਪਣੇ ਪਰਿਵਾਰ ਨੂੰ ਬਹੁਤ ਅੱਛੇ ਸੰਸਕਾਰ ਦਿੱਤੇ ਨੇ। ਉਹਨਾਂ ਦੇ ਸੰਸਕਾਰਾਂ ਦੀ ਸਦਕਾ ਹੀ ਲੰਬੜਦਾਰ ਸਾਹਿਬ ਔਰ ਬਾਕੀ ਪਰਿਵਾਰ ਜਿਹੜਾ ਹੈਗਾ ਇੱਥੇ ਤੱਕ ਪਹੁੰਚਿਆ, ਔਰ ਇਹਨਾਂ ਦਾ ਪੂਰੇ ਇਲਾਕੇ ਦੇ ਵਿੱਚ ਇੰਨਾ ਮਾਣ ਔਰ ਸਨਮਾਨ ਹੈਗਾ। ਮੈਂ ਮਾਤਾ ਜੀ ਨੂੰ ਆਪਣੀ ਤਰਫੋਂ, ਆਪਣੀ ਟੀਮ ਤਰਫੋਂ ਔਰ ਹਲਕਾ ਸ਼੍ਰੀ ਹਰਗੋਬਿੰਦਪੁਰ ਦੀ ਆਮ ਆਦਮੀ ਪਾਰਟੀ ਦੀ ਤਰਫੋਂ ਸ਼ਰਧਾ ਦੇ ਫੁੱਲ ਭੇਟ ਕਰਦਾ, ਔਰ ਪਰਿਵਾਰ ਨੂੰ ਇਹ ਦੁੱਖ ਭਰਿਆ ਜਿਹੜਾ ਭਾਣਾ ਹੈਗਾ, ਸਰਬਤ ਉਹਨੂੰ ਜਿਹੜਾ ਹੈਗਾ ਭਾਣੇ ਨੂੰ ਜਿਹੜਾ ਹੈਗਾ ਕਬੂਲ ਕਰਨ ਦਾ ਜਿਹੜਾ ਬਲ ਬਖਸ਼ਣ ਨੂੰ ਵਾਹਿਗੁਰੂ ਜੀ ਅੱਗੇ ਅਰਦਾਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਬਹੁਤ ਹੀ ਸਤਿਕਾਰਯੋਗ ਮਾਤਾ ਕਪੂਰ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਸਾਡੇ ਰਿਸ਼ਤੇਦਾਰ, ਭੈਣ ਭਰਾ, ਰਾਜਨੀਤਿਕ ਲੀਡਰ, ਸੋਸ਼ਲ ਵਰਕਰ, ਸੰਗਤ ਰੂਪੀ ਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨ ਵਾਸਤੇ ਹਾਜ਼ਰ ਹੋਏ। ਸਭ ਤੋਂ ਪਹਿਲਾਂ ਮੈਂ ਸਭ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੌਤ ਇੱਕ ਅਟਲ ਸੱਚਾਈ ਹੈ, ਜਿਹੜਾ ਵੀ ਜੀਵ ਇਸ ਧਰਤੀ ਤੇ ਪੈਦਾ ਹੁੰਦਾ ਉਹਨੇ ਇੱਕ ਦਿਨ ਜਾਣਾ। ਕਦੋਂ ਜਾਣਾ
ਕਦੋਂ ਸਮਾਂ ਆਉਣਾ ਇਹ ਕਿਸੇ ਨੂੰ ਨਹੀਂ ਪਤਾ। ਇਸੇ ਤਰ੍ਹਾਂ ਸਾਡੇ ਬਹੁਤ ਸਤਿਕਾਰਯੋਗ ਮਾਤਾ ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਦਰਜ ਹੈ, ਜਿਹਾ ਚਿੜੀ ਲਿਖਿਆ ਤੇ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਤੇ ਮਾਂ ਵਾਕਾਂ ਅਨੁਸਾਰ ਸਾਡੇ ਕੋਲੋਂ ਸਾਡੇ ਸਤਿਕਾਰਯੋਗ ਮਾਤਾ ਸਾਡੇ ਕੋਲ ਸਦਾ ਲਈ ਚਲੇ ਗਏ। ਅੱਜ ਉਹਨਾਂ ਦਾ ਪਰਿਵਾਰ ਬੜਾ ਸਦਮੇ 'ਚ ਹੈ। ਇਹ ਸਦਮਾ ਉਹਨਾਂ ਦੇ ਪੁੱਤਰਾਂ ਨੂੰ, ਉਹਨਾਂ ਦੇ ਪੋਤਰਿਆਂ ਨੂੰ ਨਾ ਚੱਲਣ ਵਾਲਾ ਹੈ। ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਮਾਂ ਬਾਰੇ ਬਹੁਤ ਕੁਝ ਬੋਲਿਆ, ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਜੇ ਮਾਂ ਦਾ ਦੂਜਾ ਰੂਪ ਜਾਣਿਆ ਜਾਵੇ, ਪਰਮਾਤਮਾ ਤੋਂ ਬਾਅਦ, ਰੱਬ ਤੋਂ ਬਾਅਦ ਦੂਜਾ ਰੂਪ ਹੈ ਮਾਂ। ਜਿੰਨੇ ਵੀ ਇਸ ਧਰਤੀ ਤੇ ਪੈਦਾ ਸੰਤ ਮਹਾਂਪੁਰਸ਼ ਵੀ ਹੁੰਦੇ ਨੇ, ਬੱਚੇ ਹੁੰਦੇ ਨੇ, ਸਾਰਾ ਕੁਝ ਇੱਕ ਮਾਂ ਦੀ ਕੁੱਖੋਂ ਜਨਮ ਲੈਂਦਾ ਤੇ ਮਾਂ ਇੱਕ ਦੂਜਾ ਰੂਪ। ਤੇ ਜਦੋਂ ਅਸੀਂ ਕਿਸੇ ਵੀ ਕਾਰੋਬਾਰ ਦੇ ਵਿੱਚ ਜਾਂਦੇ ਹਾਂ, ਜਿਸ ਪਰਿਵਾਰ ਵਿੱਚ ਮਾਂ ਬੈਠੀ ਹੈ, ਉਹਨਾਂ ਦੇ ਪੁੱਤਰ ਉਹਨਾਂ ਕੋਲ ਆਸ਼ੀਰਵਾਦ ਲੈ ਕੇ ਚਲੇ ਜਾਣ ਤੇ ਉਹ ਹਰ ਕੰਮ ਕਾਜ, ਹਰ ਮੈਦਾਨ ਤੇ ਦਿਖਦੀ। ਇੱਕ ਮਾਂ, ਅੱਜ ਸਰਦਾਰ ਲਖਵਿੰਦਰ ਸਿੰਘ ਸਰਪੰਚ ਸਾਹਿਬ ਨੂੰ ਬੜਾ ਵੱਡਾ ਸਦਮਾ, ਉਹਨਾਂ ਦੀ ਮਾਂ ਜਿਨ੍ਹਾਂ ਕੋਲ ਆਸ਼ੀਰਵਾਦ ਲੈ ਕੇ ਸਮਾਜ ਦੀ ਸੇਵਾ, ਇਸ ਨਗਰ ਦੀ ਸੇਵਾ, ਇਲਾਕੇ ਦੀ ਸੇਵਾ ਕਰਦੇ ਸਨ, ਉਹ ਅੱਜ ਸਦਾ ਲਈ ਉਹਨਾਂ ਕੋਲ ਮਾਂ ਇੱਕ ਦੂਜਾ ਰੱਬ ਦਾ ਰੂਪ ਜਿਹੜਾ ਵਿਸਰ ਚੁੱਕਾ। ਬੜਾ ਸਦਮੇ 'ਚ, ਪਰ ਬਹੁਤਾ ਸਮਾਂ ਨਹੀਂ ਲੈਣਾ ਕਿਉਂਕਿ ਬੁਲਾਰੇ ਬਹੁਤ ਨੇ। ਅਸੀਂ ਸਾਰਿਆਂ ਨੇ ਅਰਦਾਸ ਕਰਨੀ ਆ, ਪਰ ਅਰਦਾਸ ਤੋਂ ਪਹਿਲਾਂ ਇੱਕ ਮੈਂ ਅਪੀਲ ਕਰਨੀ ਹੈ। ਉਹ ਮੇਰੀ ਅਪੀਲ ਆ ਕਿ ਮਾਤਾ ਵੀ ਕਿਸਾਨ ਸੀ, ਇਹ ਪਰਿਵਾਰ ਵੀ ਇੱਕ ਕਿਸਾਨ ਆ। ਅੱਜ ਕਿਸਾਨ ਦਿੱਲੀ ਦੀ ਧਰਤੀ ਦੇ ਉੱਪਰ ਇੱਕ ਲੜਾਈ ਲੜ ਰਿਹਾ। ਸਾਨੂੰ ਰਾਜਨੀਤਿਕ ਲੀਡਰ, ਸੋਸ਼ਲ ਵਰਕਰ ਸਾਰੇ ਇੱਥੇ ਨੇ। ਮੈਂ ਸਾਰਿਆਂ ਨੂੰ ਇੱਕ ਮਾਤਾ ਦੇ ਸਰਦਾ ਦੇ ਫੁੱਲ ਤੋਂ ਪਹਿਲਾਂ ਇੱਕ ਅਪੀਲ ਕਰਨੀ ਆ ਕਿ ਸਾਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ, ਧੜੇਬੰਦੀਆਂ ਤੋਂ ਉੱਪਰ ਉੱਠ ਕੇ, ਜਿਹੜੇ ਸਾਡੇ ਨੌਜਵਾਨ ਸਾਥੀ ਕਿਸਾਨ ਲੜਾਈ ਲੜ ਰਹੇ ਨੇ, ਉਸ ਲੜਾਈ 'ਚ ਅਸੀਂ ਵੱਧ ਤੋਂ ਵੱਧ ਹਿੱਸਾ ਪਾਈਏ। ਸਮਾਂ ਕੱਢ ਕੇ ਉਸ ਜੰਗ ਦੇ ਵਿੱਚ ਵੀ ਸਾਨੂੰ ਪਹੁੰਚਣ ਦਾ ਸਮਾਂ ਮਿਲਣਾ ਚਾਹੀਦਾ। ਟਾਈਮ ਤੋਂ ਟਾਈਮ ਕੱਢੋ। ਇਹ ਜੰਗ ਇੱਕ ਧੜੇ ਦੀ ਨਹੀਂ, ਕਿਸੇ, ਇਹ ਸਾਰੇ ਸਮਾਜ ਦੀ ਹੈ। ਤੇ ਜੇ ਕਿਸਾਨ ਬਚ ਗਿਆ ਤੇ ਸਮਝੋ ਸਾਰਾ ਦੇਸ਼ ਬਚ ਗਿਆ। ਤੇ ਸਾਡਾ ਅੱਜ ਫਰਜ਼ ਬਣਦਾ ਕਿ ਉੱਥੇ ਵੀ ਸਾਡਾ ਪਹੁੰਚਣ ਦਾ, ਇਹ ਮੇਰੀ ਅਪੀਲ ਆ। ਲਾਸਟ ਦੇ ਵਿੱਚ ਮੈਂ ਗੁਰੂ ਦੇ ਚਰਨਾਂ 'ਚ ਅਰਦਾਸ ਕਰਨੀ ਹੈ ਕਿ ਅਸੀਂ, ਕਿਉਂਕਿ ਗੁਰੂ ਸਾਹਿਬ ਜੀ ਨੇ ਸੰਗਤ ਨੂੰ ਪਦਵੀ ਬੜੀ ਉੱਚੀ ਦਿੱਤੀ ਹੈ ਤੇ ਸੰਗਤ ਦੀ ਅਰਦਾਸ ਕਦੇ ਵਿਅਰਥੀ ਨਹੀਂ ਜਾਂਦੀ। ਤੇ ਅੱਜ ਅਸੀਂ, ਸਾਡੇ ਹਾਜ਼ਰ ਨਾਜ਼ਰ ਗੁਰੂ ਸਾਹਿਬ ਨੇ, ਅੱਜ ਅਸੀਂ ਸਾਰੇ ਸੰਗਤ ਰੂਪੀ ਹੋ ਕੇ ਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਸਾਡੀ ਸਤਿਕਾਰਯੋਗ ਮਾਤਾ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਿਓ। ਪਿੱਛੇ ਉਹਨਾਂ ਦੇ ਪਰਿਵਾਰ ਨੂੰ, ਸਾਡੇ ਰਿਸ਼ਤੇਦਾਰਾਂ ਨੂੰ, ਨੌਵਾਂ ਨੂੰ, ਸਾਰੇ ਪੋਤੇ ਪੋਤਰੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਇੰਨੀਆਂ ਬੇਨਤੀਆਂ ਕਰਦਾ ਤੁਹਾਡੇ ਕੋਲ ਰਾਜਾ ਚਾਹੁੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਜ ਸਵੇਰੇ ਸਵੇਰੇ ਜੋ ਅਖਬਾਰ ਪੜ੍ਹੀ ਤੇ ਮਾਤਾ ਜੀ ਦੇ ਜੀਵਨ ਬਾਰੇ ਸਾਰੀ ਪੜ੍ਹਿਆ ਗਿਆ। ਅੱਜ ਉਹਨਾਂ ਦਾ ਭੋਗ ਆ। ਬੜੇ ਵਧੀਆ ਸ਼ਬਦਾਂ 'ਚ ਲਿਖਿਆ ਸੀ ਕਿ ਬੜੇ ਮਲਾਪੜੇ ਸੁਭਾਅ ਵਾਲੇ, ਬੜੇ ਹੋਣਹਾਰ, ਆਏ ਗਏ ਦੀ ਸੇਵਾ ਕਰਨ ਵਾਲੇ ਮਾਤਾ ਜੀ ਸਨ। ਮਾਤਾ ਜੀ ਨੂੰ ਆਪਾਂ ਸਾਰੇ ਨਾਮ ਹੀ ਮਿਲੇ ਹੋਈ ਹੈ। ਉਹਨਾਂ ਦਾ ਰੂਪ ਸਰਦਾਰ ਲਖਵਿੰਦਰ ਸਿੰਘ ਜੀ ਦੇ ਵਿੱਚ ਦਿਖਦਾ ਸਾਨੂੰ ਸਾਰਿਆਂ ਨੂੰ। ਉਹਨਾਂ ਦਾ ਸੁਭਾਅ, ਮਾਤਾ ਜੀ ਦਾ ਮੇਲ ਮਿਲਾਪ, ਇਹ ਮੇਰੇ ਵੀਰ ਤੋਂ ਸਾਰੇ ਭਲੀ ਭਾਤ ਜਾਣਦੇ ਨੇ। ਉਹਦਾ ਕਰਕੇ ਜਦ ਸਾਰੇ ਜਣੇ ਆਪਾਂ ਜੁੜੇ ਹਾਂ, ਸਾਰੇ ਵਰਗਾਂ ਦੇ ਸੱਜਣ ਆਏ ਨੇ। ਮੈਂ ਵੇਖਣ ਲਿਆ ਆੜਤੀ ਵੀ ਆਏ ਨੇ, ਪੋਲੀਟੀਕਲ ਪਾਰਟੀਆਂ ਸਾਰੀਆਂ ਦੇ ਸੱਜਣ ਆਏ ਨੇ, ਲੀਡਰ ਸਾਹਿਬਾਨ ਆਏ ਨੇ। ਇਹ ਸਭ ਕੁਝ ਦੱਸਦਾ ਕਿ ਉਹਨਾਂ ਦਾ ਪਿਆਰ ਕਿਸੇ ਇੱਕ ਵਰਗ ਨਾਲ ਨਹੀਂ। ਅਸੀਂ ਹੁਣ ਅਧਿਆਪਕ ਹਾਂ, ਨਾ ਅਸੀਂ ਲਖਵਿੰਦਰ ਸਿੰਘ ਜੀ ਨਾਲ ਨਿੱਕੇ ਹੁੰਦੇ ਖੇਡੇ ਹਾਂ, ਨਾ ਲਖਵਿੰਦਰ ਸਿੰਘ ਜੀ ਨਾਲ ਕਦੀ ਪੜ੍ਹੇ ਹਾਂ, ਨਾ ਕਦੀ ਉਹਨਾਂ ਨਾਲ ਕਿਤੇ ਹੋਰ ਸੇਵਾ ਦਾ ਮੌਕਾ ਮਿਲਿਆ। ਇੱਕ ਗਾਏ ਬਗਾਏ ਮਿਲਦਿਆਂ ਹੀ ਉਹ ਸੱਜਣ ਦੋ ਚਾਰ ਵਾਰੀ ਬੋਲਿਆ, ਸੱਜਣ ਨੂੰ ਸੱਜਣ ਬਣਾ ਲੈਂਦੇ ਨੇ, ਹਰ ਮਨੁੱਖ ਨੂੰ ਕੀਲ ਲੈਂਦੇ ਨੇ। ਤੇ ਇਹ ਗੁਣ ਜਿਹੜਾ ਮਾਤਾ ਜੀ ਤੋਂ ਮਿਲਿਆ। ਅੱਜ ਝੁਰੜੀਆਂ ਵਾਲੇ ਬੰਦੇ ਜਿਹੜੇ ਤੁਰਦੇ ਜਾਂਦੇ ਨੇ, 95 ਸਾਲ ਦੀ ਉਮਰ ਦਾ ਮਤਲਬ ਵੀ ਤੁਹਾਡੇ ਉਹਨਾਂ ਦੀ ਫੋਟੋ ਤੋਂ ਦਿਸਦਾ ਹੈ ਕਿ ਬੜੀਆਂ ਝੁਰੜੀਆਂ ਪਈਆਂ। ਤੇ ਸਾਡੇ ਵਰਗੇ ਤਿਉੜੀਆਂ ਵਾਲੇ ਬੰਦੇ ਜਿਹੜੇ ਵੱਧਦੇ ਜਾਂਦੇ, ਜਿਨ੍ਹਾਂ ਦੇ ਮੱਥੇ ਤੇ ਹਮੇਸ਼ਾ ਕਦੀ ਖੁਸ਼ੀ ਨਹੀਂ ਲੱਭਦੀ। ਆਪਣੇ ਕੰਮਾਂ ਕਾਰਾਂ 'ਚ, ਆਪਣੇ ਦੁੱਖਾਂ 'ਚ, ਆਪਣੇ ਘਰ ਦੇ ਕਲੇਸ਼ਾਂ 'ਚ ਇੰਨੇ ਉਲਝੇ ਆ ਸਾਰੇ ਜਣੇ ਆਪਾਂ ਕਿ ਉਹ ਪੁਰਾਣੇ ਇਨਸਾਨਾਂ ਵਰਗਾ ਪਿਆਰ ਮਿਲਾਪ ਸਾਡੇ ਕੋਲ ਨਹੀਂ ਰਹਿ ਗਿਆ।
तो मैं समुचे अध्यापक वर्ग वालों उस विछड़ी आत्मा में श्रद्धा के फुल भेंट करदा। महाराज ने निवास से उन्हें जरूर अपने बख्शिया होगा और परमात्मा करे शब्द तो आप उल्ट बोलते हैं कि उन्होंने चरना च निवास मिले तो माता मुड़ के आवे ना। मैं समझदा कि यहो जिहियां मावां जिहड़ियां मुड़ मुड़ आउण इस धरती दे और चंगे बच्चे जमन ताकि साडा समाज जिहड़ा ओह चंगा बने। चंगियां मावां और चंगे पुत्तर होण ते समाज दे विच आपे सब कुछ ठीक हो जाता। तो माता नूं फिर मैं समुचे अध्यापक वर्ग वालों उन्हां दी आत्मा की शांति रहे। वाहिगुरू जी का खालसा वाहिगुरू जी की फतेह। पावन ते पवित्र गोद विच साडे बहुत ही सत्कारयोग माता जी नूं शरधा ते फुੱਲ भेंट करन ते परिवार नाल दुख साझा करन वास्ते पहुंची समूह संगत फतेह बुलाओ। वाहिगुरू जी का खालसा वाहिगुरू जी की फतेह। गुरबाणी का फरमान है, राणा राओ न को रहे रंग न तुंग फकीर, वारी आपो अपनी कोई न बंदे धीर। उस महान महावाक अनुसार हर इंसान ने अपनी वारी के मुताबिक उस वाहिगुरू के सदे के मुताबिक चले जाना, क्योंकि जो जीव एक दिन जन्म लैके इस दुनिया ते आवेगा उसनूं एक दिन मौत के रूप दे विच जाना है। माता जी बड़े गुरमुख सुभाअ दे मालिक और गुरु वाले से कहना बड़ा सौखा गुरु वाले बनना, पर बनना बड़ा औखा है। माता जी का जीवन उन्हां दे परिवार तो खूबी दिसदा, क्योंकि जो भी कुछ अज परिवार है वो सारा माता पिता के चंगे संस्कारां दी देन। जिस माता पिता ने अपने बच्चों को चंगे संस्कार दिते और समाज के हानी बनाया, कोशिश तो हर माता पिता करता है, पर कई बारी माता पिता दी आसां के मुताबिक बच्चे नहीं उतरते। अज का समा, अज हर बंदा अपने हक वास्ते बड़ा सुचेत है। तो जिथे साडे फर्जां की गल है, जो बजुर्गों को सामभण की वारी आती है, आप हक लैण लई बड़े काले आ जायदाद साडी, आ जमीन साडी, आ सारा घर बार साडा। पर जो किते बजुर्गों की सांभ संभाल की गल आती है तो आप सारे किते कनी कतराउने। तो मैं समझदा जिस इंसान ने घर बैठे अपने रब की सेवा नहीं ना की, वो जिन्ने मर्जी डेरिया ते मत्थे टेक ले, गुरुद्वारिया च टेक ले, उहदे किते भी जाया सफल नहीं। सो ये जरूर चीज सोचो, असीं भी कल बुढ़े होना। पिछे दे 2 बच्चे ने, 3 बच्चे ने, आने वाले समय एक बच्चा सरदा, ते बच्चे सानू वेखदे पए। जेकर असीं अपने माता पिता की सांभ संभाल करांगे, सेवा करांगे, तो नैचुरली बच्चे भी साडी सेवा करनगे। ते जे असीं किसी की सेवा ना की तो फिर आस भी मत रखो। सो जिथे साडे हक सानू मिलने ने, उत्थे फर्ज अपने जरूर आप समझिए, अपने फर्जां की जरूर पूर्ति करिए। माता पिता प्रति, दादे दादे प्रति, बड़े बुजुर्गों प्रति जो साडे फर्ज बनते हैं उन्होंने जरूर पूरा करिए। सो इन्ना ही कहंदा गुरु चरणों में अरदास करदा, कृपा करियो उस विछड़ी रूह नूं अपने चरणों में निवास बख्शियो, पिछों परिवार नूं भाड़ा मनण दा ते चढ़दी कला वाला जीवन बख्शियो। वाहिगुरू जी का खालसा वाहिगुरू जी की फतेह। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਵਨ ਹਜ਼ੂਰੀ ਸ਼ੋਭਤ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹਾ ਚੀਰੀ ਲਿਖਿਆ ਇਹ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉੱਠ ਜਾਏ ਨੇ ਮਹਾਵਾਕ ਅਨੁਸਾਰ। ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੀ ਜੋ ਅੱਜ ਸਰੀਰ ਕਰਕੇ ਸਾਡੇ ਵਿੱਚ ਨਹੀਂ ਰਹੇ, ਅੱਜ ਅਸੀਂ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਬਹੁਤ ਵੱਡੀ ਗਿਣਤੀ ਦੇ ਵਿੱਚ मेरे वीर मातावां बीबियां आईयां हन। इन्हां दे विच बहुत वड्डी गिनती दे विच बहुत मानमतियां शख्सियतां ने दर्शन दिते हन। जिवें बुलारिया ने पहलां ही दस्सिया है, इत्थों ही माता जी का अज दे कच्छ तो इन्हां शख्सियतां नूं पता लगदा कि माता जी दा जीवन किहो जिहा सी, किहो जिहा उन्हां ने अपने परिवार नूं सेध दित्ती। साडा परिवार नाल लंबरदार जी ते उन्हां दे परिवार दे नाल
34-35 ਸਾਲ ਤੋਂ ਬਹੁਤ ਵਧੀਆ ਪ੍ਰੇਮ ਚੱਲਦਾ। ਸਾਡੇ ਬਹੁਤ ਵਧੀਆ ਮਿੱਤਰਾਂ ਦੇ ਵਿੱਚੋਂ ਹਨ। ਅੱਗੋਂ ਸਾਡੇ ਬੱਚੇ ਵੀ ਇਹਨਾਂ ਦੇ ਬੱਚਿਆਂ ਦੇ ਨਾਲ ਹੋਰ ਉਹਨਾਂ ਨੇ ਸਾਂਝ ਗੂੜੀ ਕੀਤੀ। ਇਸ ਪਰਿਵਾਰ ਨੂੰ ਮੈਂ ਬੜੀ ਨੇੜੇ ਤੋਂ ਜਾਣਦਾ ਹਾਂ। ਮਾਤਾ ਜੀ ਨੇ ਭਾਵੇਂ ਬਹੁਤ ਚੰਗੀ ਉਮਰ ਭੋਗੀ ਹੈ, ਉਮਰ ਵੱਲੋਂ ਕੋਈ ਗੱਲ ਨਹੀਂ, ਪਰ ਮਾਂ ਦਾ ਚਲੇ ਜਾਣਾ ਇੱਕ ਪਰਿਵਾਰ ਨੂੰ ਬਹੁਤ ਵੱਡਾ ਸਦਮਾ ਹੁੰਦਾ ਹੈ। ਕਿਉਂਕਿ ਬਜ਼ੁਰਗ 25-26 ਸਾਲ ਪਹਿਲਾਂ ਚੜ੍ਹਾਈ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਵੀ ਮਾਤਾ ਜੀ ਨੇ ਸੰਭਾਲੀ। ਭਾਵੇਂ ਆਰਥਿਕ ਪੱਖੋਂ ਇਹ ਪਰਿਵਾਰ ਚੰਗੀ ਜ਼ਮੀਨ ਜਾਇਦਾਦ ਦਾ ਮਾਲਕ, ਕਿਉਂਕਿ ਪਿੱਛੋਂ ਬੜਾ ਤਗੜਾ ਪਿਛੋਕੜ ਹੈ ਇਹਨਾਂ ਦਾ। ਜਾਇਦਾਦ ਪਰਿਵਾਰ ਪਾਕਿਸਤਾਨ ਤੋਂ ਤੁਰਿਆ ਹੁੰਦਾ। ਜਾਇਦਾਦ ਪੱਖੋਂ ਬੜੇ ਸੌਖੇ ਹਨ, ਪਰ ਫਿਰ ਵੀ ਪਰਿਵਾਰ ਨੂੰ ਸੰਭਾਲਣਾ, ਜ਼ਿੰਮੇਵਾਰੀ ਜਦੋਂ ਅਸਲ 'ਚ ਪੈ ਜੇ ਬਹੁਤ ਔਖਾ ਹੁੰਦਾ ਹੈ। ਇਸ ਕਰਕੇ ਭਾਵੇਂ ਲੰਬੜਦਾਰ ਸਾਹਿਬ ਨੇ ਪਰਿਵਾਰ ਦੇ ਵਿੱਚ ਆਗੂ ਬਣ ਕੇ ਬਹੁਤ ਵਧੀਆ ਤਰੀਕੇ ਦੇ ਨਾਲ ਪਰਿਵਾਰ ਨੂੰ ਸੰਭਾਲਿਆ। ਸਮਾਜ ਦੇ ਵਿੱਚ ਵੀ ਬੜੀ ਚੰਗੀਆਂ ਕਾਰਾਂ ਪਾਈਆਂ, ਪਰ ਮਾਤਾ ਜੀ ਦਾ ਮਾਂ ਪਿਓ ਦਾ ਆਸਰਾ ਜਿਹੜਾ ਹੁੰਦਾ, ਰੱਬ ਵਰਗਾ ਆਸਰਾ ਜਦੋਂ ਚਲਾ ਜਾਵੇ ਬਹੁਤ ਦੁੱਖ ਹੁੰਦਾ। ਸੋ ਮੈਂ ਜ਼ਿਆਦਾ ਕੁਝ ਨਾ ਕਹਾਂ ਬੁਲਾਰੇ, ਅੱਗੇ ਵੀ ਟਾਈਮ ਜ਼ਿਆਦਾ ਹੋ ਗਿਆ ਹੈ। ਮਾਤਾ ਜੀ ਦਾ ਜੋ ਪਰਿਵਾਰ ਨੇ, ਮਾਤਾ ਜੀ ਨੇ ਪਿਆਰ ਦਿੱਤਾ ਤੇ ਪਰਿਵਾਰ ਨੇ ਵੀ ਅਖੀਰਲੇ ਸਵਾਸ ਤੱਕ ਉਹਨਾਂ ਦਾ ਯਤਨ ਕੀਤਾ ਇਹ ਸਮਾਂ ਬਚ ਜਾਵੇ। ਚਲੋ ਇਹ ਸਮਾਂ ਤੇ ਮਿਥਿਆ ਹੁੰਦਾ, ਬਚ ਨਹੀਂ ਸਕਦਾ, ਪਰ ਇਹੋ ਜਿਹੇ ਪਰਿਵਾਰਾਂ ਕੋਲੋਂ ਅੱਜ ਸਿੱਖਣ ਦੀ ਲੋੜ ਹੈ। ਮੈਂ ਆਪ ਇਸ ਪਰਿਵਾਰ ਤੋਂ, ਜਿਵੇਂ ਲੰਬੜਦਾਰ ਹੋਣਾ ਨੇ ਪਿਆਰ ਤੇ ਇਤਫਾਕ ਦੇ ਨਾਲ ਭਰਾਵਾਂ ਦੇ ਨਾਲ ਪਿਆਰ ਰੱਖਿਆ, ਪਰਿਵਾਰ ਨੂੰ ਚਲਾਇਆ, ਇਹਨਾਂ ਕੋਲੋਂ ਬੜਾ ਇਸ ਪਰਿਵਾਰ ਕੋਲੋਂ ਸਿੱਖ ਕੇ ਯਤਨ ਕੀਤਾ ਪਰਿਵਾਰ ਨੂੰ ਇਕੱਠਿਆਂ ਰੱਖਣ ਦਾ। ਸੋ ਇਹੋ ਜਿਹੀ ਮਾਤਾ ਨੂੰ, ਇਹੋ ਜਿਹੇ ਪਰਿਵਾਰ ਨੂੰ ਨਮਸਕਾਰ। ਮਾਤਾ ਜੀ ਦੇ ਸਤਿਗੁਰ ਦੇ ਚਰਨਾਂ ਅਰਦਾਸ ਬੇਨਤੀ ਕਰਦਾ ਹਾਂ ਕਿ ਇਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਤੇ ਪਿਛਲੇ ਪਰਿਵਾਰ ਨੂੰ, ਸਨੇਹੀਆਂ ਨੂੰ ਭਾਣਾ ਮਨਾਂ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਅਖੀਰ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ, ਮਾਣਯੋਗ ਤੇ ਨਵਾਬ ਸਾਡੇ ਹਲਕੇ ਦੀ ਨੁਮਾਇੰਦਗੀ ਕਰ ਸਕਦੇ ਕੈਬਨਿਟ ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਵੀਰ ਸਿੰਘ ਜੀ ਬਾਠ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਆਖਣ, ਪਰਿਵਾਰ ਵੱਲੋਂ ਧੰਨਵਾਦ ਕਰਨ। ਉਹਨਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਕੈਪਟਨ ਬਲਵੀਰ ਸਿੰਘ ਜੀ ਬਾਠ ਸਟੇਜ ਤੇ ਆਣ ਕੇ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ। ਕੈਪਟਨ ਬਲਵੀਰ ਸਿੰਘ ਜੀ। ਫਤਿਹ ਪ੍ਰਾਣ ਕਰੋ। ਗੁਰੂ ਸਾਹਿਬ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਨਹੀਂ ਮੈਂ ਕਿੰਨਾ ਕੁ ਬੋਲ ਸਕਦਾ, ਬਿਲਕੁਲ ਉਵੇਂ ਹੀ ਹੈ। ਗਲਾ ਖਰਾਬ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੇਰੀ ਮਰਜ਼ ਦਾ ਰੋਗ ਦਾ। ਫਿਰ ਵੀ ਮੈਂ ਗੁਰੂ ਦਾ ਤੁਹਾਡਾ ਅਹਿਸਾਨਮੰਦ ਹੈ ਕਿ ਫਿਰ ਤੁਹਾਡੇ ਚਰਨਾਂ 'ਚ ਖਲੋਤਾ। ਸੋਚਣ ਗਿਆ ਸਾਂ ਉਹਨਾਂ ਦਾ ਵੀ ਮੈਂ ਕੀ ਕਹਾਂਗਾ। ਅੱਜ ਬਹੁਤ ਪਿਆਰੇ ਸਿਆਣੇ ਸੱਜਣਾਂ ਦੀ ਸੰਗਤ ਹੈ। ਅਚਾਨਕ ਮੇਰੇ ਮਨ 'ਚ ਆਇਆ ਕਿ ਰਾਤ ਤੁਹਾਡਾ ਹੋਵੇ, ਮੇਰਾ ਹੋਵੇ, ਕਿਸੇ ਦਾ ਹੋਵੇ, ਜਦੋਂ ਵੀ ਕੋਈ ਜੀਵ ਪਰਿਵਾਰ ਚੋਂ ਵਿਛੜ ਜਾਂਦਾ ਹੈ ਨਾ ਹਮੇਸ਼ਾ ਲਈ, ਉਹ ਬਹੁਤ ਸਾਰਾ ਧਨ ਦੌਲਤ, ਪੈਸੇ ਨਹੀਂ, ਉਹ ਆਪਣੀ ਜ਼ਿੰਦਗੀ ਦੀ ਸਾਰੀ ਖੂਸ ਜੋ ਨੇ ਕੀਤਾ ਹੈ, ਕਮਾਇਆ ਹੈ, ਜੋ ਸਾਨੂੰ ਦਿੱਤਾ ਹੈ, ਵਿਰਸੇ ਮਿਲਿਆ ਹੈ, ਉਹਦੀ ਪਿਆਰੀਆਂ ਯਾਦਾਂ, ਆਪਣਾ ਸਤਿਕਾਰ ਛੱਡ ਜਾਂਦਾ। ਔਰ ਸੱਚ ਜਾਣਿਓ, ਅੱਜ ਦੀ ਜਿਹੜੀ ਸੰਗਤ ਹੈ ਨਾ, ਅਜਿਹੇ ਮੌਕੇ ਤੇ ਅਰਦਾਸ ਕਰਨ ਤੇ ਜੁੜੇ ਆ, ਪਰ ਇਹ ਵੀ ਹੈ ਕਿ ਸਾਡਾ ਆਉਣਾ ਇੱਥੇ ਜਿਹੜਾ ਨਾ, ਸਾਡੀ ਅਰਦਾਸ ਪ੍ਰਵਾਨ ਹੋਵੇ, ਗੁਰੂ ਕਿਰਪਾ ਕਰੇ, ਇਹ ਮਨੋਤਾ ਨੂੰ ਹੋਵੇ ਤੇ ਸਾਡਾ ਆਉਣਾ ਵੀ ਸਫਲ ਹੈ। ਅਰਦਾਸ ਵੀ ਸਫਲ ਹੈ, ਸਾਡੀ ਭਾਵਨਾ ਵੀ ਸਫਲ ਹੈ, ਸਾਡਾ ਆਉਣਾ ਵੀ ਸਫਲ ਹੈ। ਮਾਂ ਦਾ ਵਿਛੋੜਾ ਹੈ ਨਾ, ਇਹਦੀ ਉਪਮਾ ਦੀ ਗੱਲ ਮੈਂ ਬਾਅਦ ਕਰਾਂਗਾ। ਮਾਂ ਸਾਹ ਲਖਵਿੰਦਰ ਸਿੰਘ ਦੀ ਹੋਏ, ਭਾਵੇਂ ਮੇਰੀ ਹੋਏ ਤੇ ਭਾਵੇਂ ਸੰਗਤ ਚੋਂ ਕਿਸੇ ਦੀ ਹੋਏ,
सारे मामा वाले गुरु की रहमत ना इनकी बख्शिश है साढ़े ते मनुखा जीवन ते बाकी जी जंतु मामा वाले ने पर क्योंकि उन्हें आत्मा की गल नहीं मन की गल नहीं साढ़े के बाद गुरु ने परमात्मा ने कृपा की है। मां किसी की होवे बहुत सत्कारयोग अद्भुत वाली है जिन्हों बयान करना ही असंभव है, बड़ा औखा है। सच मां का अफसोस है ना, दुख है, अफसोस है। गुरु कृपा करे, रहमत बख्शे, अपने चरणों च वास्ते में मास्टर जी बोल के गए बहुत सारे शब्द कहे हैं सुखदेव सोनी। कल मैं मेनू भैड़ी दी आदत बननी जाती है जो जो मैं उम्र वधदा जाना या ठांवदा जाना हूँ मैं धार्मिक पुस्तक ज्यादा पानी शुरू कर दिया। भैनों भराओ राती मैं रोज आदत वांगू मस्कीन जी को पढ़ दिया सा। तुसीं सुनते हो कैसा सुनते हो उन्होंने टेलीविजन तो सुनते हो रोज। मैं टेलीविजन घट वेना मैं उन्होंने किताबा पढ़नी शुरू कर दिया। गुरु ने ऐसी कृपा की भी जो मैं अज बोलना सी कहना सी जो अनुभव मैनू होना सी उही लेख मस्कीन की किताब चो निकलिया। कमाल की गल जिवें मुखा हुंदा वो तो खैर बहुत लंबा चौड़ा लेख लिखा है अपने तकरीबन 25 सफिया का लेख मां तो ही लिखता है। पर मैं थोड़े शब्द कहना साडा गुरु ग्रंथ साहिब जिहड़ा है ना ये सारा मां बाप तो उस ईश्वर में समर्पित है। बैठे ने दर्शक असी परमात्मा को बाप कहने अपने आप लौट कहने मनुख परमात्मा को मां कहता है, बाप कहता है, प्यो कहता है। तो ये मां या बाप उन्होंने कहता है कि आज ही मां साथों पिछड़ी है ये की होगी कभी विचारो का। सर साहिब सिंह भी बहुत प्यारी गल करके गए हैं। कितने बैठे साहब सिंह बड़ी प्यारी गल की शायद स्कीम भी पढ़े। असली लोग सरमाएदार होकर पैसे चार इकट्ठे करके गुरुद्वारे जाके अखंड पाठ कराने तीर्थां ते जाने होर बड़ा कुछ करते हैं व्यर्थ है। जिन भाई गुरदास जी कहते हैं कि जिन्हें अपने मां बाप की सेवा नहीं की, बाप के पैरी जुती नहीं, मां के दर ते गर्म लीड़े नहीं सियाल, वो व्यर्थ है, वो तो कोई फायदा नहीं। और गुरु तो सारी बाणी में समर्पित है। माता पिता का जिक्र हर शब्द आंदा है। माता का विश्व ऐसा है कि माता जिते सानू जीवन देने वाली है ना उत्थे सानू भरावो करैक्टर आचार जीवन सब कुछ देने वाली उत्थे सीखना है। माता के जीवन 70% सारे कुछ माता तो लेना बाप तो लेना। तो माता और बाप का असी दे नहीं दे सकते ऐसा रुतबा है मां का। मेरे हिंदू भरा भी बैठे ने बहुत लंबी चौड़ी गल ना करा ईसाई भरा भी बैठे ने। बाप का रुतबा ऐसा है कि जिन्हें मुसलमान धर्म नहीं ईसाइयत है वो अपने बाप को फादर कहते हैं, परमात्मा को फादर कहते हैं। इतने ही ना वो फादर कहते हैं। तो फादर कौन है? परमात्मा। उस परमात्मा को फादर कहते हैं, मुसलमान पितर कहते हैं। और जेडे मेरे हिंदू भरा ने तो बाकी हिंदुस्तान के भारतीय ने बसिंदे ने वो ईश्वर को माता नैना देवी भी कहते हैं, माता वैष्णो जी भी कहते हैं, माता सरस्वती भी कहते हैं। माता तो रुतबा है ना, महात्मा परमात्मा है, माँ परमात्मा है, माँ परमात्मा है, बाप परमात्मा है, ईश्वर है, प्रभु है। सो आज ऐसी माँ सब सकती गई मैं बहुत ऐसा मना लगा। नंबरदार जी एक कृति परिवार है। मैं तेनों कभी नंबरदार गया पता नहीं कितने बैठा है। इसकी पर्सनैलिटी ऐसी है, सोहनी पर्सनैलिटी है। तो मैं अपने मोबाइल से भी अपने कर्नल फीड किया, कर्नल लखविंदर साहब, हमेशा कर्नल साहब कहना। और जिस घोल कमाई चो लंघे हो परिवार, जिस स्ट्रगल के पिछों लंघे हो और खूबसूरती तुहाडे परिवार की है कि तुसीं अजे तिन्ने भरा इकट्ठे हो, तिन्ने भरा से इकट्ठे हैं। असीं 10 दिन नहीं करते, घर नवा आ जाए, मुंडे विआह जाए, असीं वक् वक्रे हो जाए, खिल भुल जाने।
ये मां की देन है, बाप की देन है, ये खून की देन है, जीवन की देन है। वह तो फिर मेरी अरदास है, मेरी अरदास है, मां की अरदास है। एक अरदास होर करो, सब अमल सो करके गए ने। मैं अरदास करूंगा, उन्होंने कुछ होर अपने ढंग न विचार दसे ने। अज अरदास एक माली है, तो एक अरदास उन्होंने जीवन की करो जो बार्डर से बैठे, दिल्ली बार्डर के दिल्ली गुरुआं से बैठे ने, जेडे विचारवान हो ना। अज मेरा देश, मेरी कौम, मेरा पंजाब, मेरा हिंदुस्तान बहुत बड़ी मुश्किल च वीरो, बहुत मुश्किल। कभी रात को उठना तो महसूस करो की हो गया तो की होना, पता नहीं। देखा ने बहुत ने सकता महापुरुष ने, मैं उस कर नहीं जाता, पर एक कौड़ी हकीकत है कि एक रेवोल्यूशन थोड़ी गुरुआं ते हिंदुस्तान की गुरुआं ते कर गया। अदे कोई भी रेवोल्यूशन कभी खून खराबे तो बिना नहीं पूरा होया। गुरु कृपा करे दास ये बन के जा ना होवे, जा ना होवे, जा ना हो। सो मैं अपने परिवार की चढ़ती कला ली, अपनी मां उसका जो मां जिदे मैंने बहुत सारा असीसा आशीर्वाद ले तो बढ़िया इलेक्शन जीतियां ने उसकी बदौलत उस नमस्कार करता है, धन्यवाद करता संगत का। ਤੁਹਾਡਾ ਆਉਣਾ ਸਿਰ ਮੱਥੇ ਤੇ ਤੁਸੀਂ ਸਾਡੇ ਦੁੱਖ ਵੰਡਾਇਆ ਹੈ, ਤੁਹਾਨੂੰ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ, ਮੇਰੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ। ਬੋਲੇ ਸੋ ਨਿਹਾਲ। ਪ੍ਰੋਗਰਾਮ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।